ਸਾਡੇ ਐਜੂਕੇਸ਼ਨ ਦੀਆਂ ਧੱਜੀਆਂ ਉਡਾ ਦਿੱਤੀਆਂ ਜਾਣ, ਅਸੀਂ ਕੁਝ ਨਹੀਂ ਬੋਲਦੇ। ਸਾਡੇ ਆਸ-ਪਾਸ ਕੋਈ ਮਰੀ ਜਾਂਦਾ ਹੋਵੇ, ਅਸੀਂ ਉਹਨੂੰ ਦੇਖ ਕੇ ਵੀ ਕੁਝ ਨਹੀਂ ਬੋਲਦੇ। ਅਸੀਂ ਬਹੁਤ ਜ਼ਿਆਦਾ ਡਰ ਚੁੱਕੇ ਹਾਂ। ਅਧਮਰੇ ਜਿਹੜੇ ਇਨਸਾਨ ਜਾਂ ਸਾਡੀ ਨਾਗਰਿਕਤਾ ਦੀਆਂ ਧੱਜੀਆਂ ਉਡਾ ਦਿੱਤੀਆਂ ਜਾਣ, ਅਸੀਂ ਫਿਰ ਵੀ ਕੁਝ ਨਹੀਂ ਬੋਲਦੇ। ਅਸੀਂ ਬਹੁਤ ਜ਼ਿਆਦਾ ਡਰ ਚੁੱਕੇ ਹਾਂ। ਉਹ ਡਰ ਇਸ ਗੱਲ ਦਾ, ਜਿਹੜੇ ਸਾਡੇ ਹੁਕਮਰਾਨ ਆ, ਸਾਨੂੰ ਐਂ ਲੱਗਦਾ ਵੀ ਸਾਡਾ ਬਹੁਤ ਵੱਡਾ ਨੁਕਸਾਨ ਕਰ ਦੇਣਗੇ, ਇਸ ਕਰਕੇ ਚੁੱਪ ਹੀ ਭਲੀ ਆ। ਪਰ ਜੇ ਤੁਸੀਂ ਇੰਨਾ ਮਰ ਗਏ ਜਾਂ ਅਸੀਂ ਸਾਰੇ ਇੰਨਾ ਮਰ ਗਏ, ਇੰਨੀ ਚੁੱਪ ਵੱਟ ਕੇ ਬਹਿਣ ਲੱਗ ਗਏ, ਫਿਰ ਕੁਝ ਨਹੀਂ ਹੋ ਸਕਦਾ। ਸੋ ਇਸ ਡਰ ਤੋਂ ਸਾਨੂੰ ਉੱਤੇ ਉੱਠਣਾ ਪਊਗਾ। ਇਸ ਡਰ ਤੇ ਆਪਦੇ ਆਪ ਨੂੰ, ਇਸ ਡਰ ਤੇ ਸਾਨੂੰ ਜਿੱਤ ਪਾਉਣੀ ਪਊਗੀ। ਬਹੁਤ ਜ਼ਰੂਰੀ ਆ। ਪ੍ਰਧਾਨ ਮੰਤਰੀ ਸਾਹਿਬ ਆ, ਉਹ ਇਸ ਦੇਸ਼ ਨੂੰ ਵਿਸ਼ਵ ਗੁਰੂ, ਭਾਰਤ ਵਿਸ਼ਵ ਗੁਰੂ ਹਿੰਦੁਸਤਾਨ ਦਾ ਦਰਜਾ ਦਿੰਦੇ ਆ। ਪਰ ਤੁਸੀਂ ਇਹ ਦੇਖ ਲਓ ਵੀ ਹਜ਼ਾਰਾਂ ਲੱਖਾਂ ਮਜ਼ਦੂਰ ਸੜਕਾਂ ਤੇ ਤੁਰਦੇ ਜਾ ਰਹੇ ਆ, ਗੱਡੀਆਂ 'ਚ ਜਾ ਰਹੇ ਆ, ਭੁੱਖੇ ਮਰ ਰਹੇ ਆ। ਉਹਨਾਂ ਕੋਲੇ ਨਾ ਪਾਣੀ ਆ, ਨਾ ਰੋਟੀ ਆ, ਨਾ ਉਹਦਾ ਕੋਈ ਇੰਤਜ਼ਾਮ ਕਰ ਰਿਹਾ। ਸੋ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਵਿਸ਼ਵ ਗੁਰੂ ਜਿਹੜਾ, ਜਾਂ ਵਿਸ਼ਵ ਗੁਰੂ ਹਿੰਦੁਸਤਾਨ ਦੇ, ਇਸ ਹਿੰਦੁਸਤਾਨ ਦੇ ਜਿਹੜੇ ਲੋਕ ਆ, ਉਹਨਾਂ 'ਚ ਕੋਈ ਸੰਵੇਦਨਸ਼ੀਲਤਾ ਜਾਂ ਉਹਨਾਂ 'ਚ ਕੋਈ ਇੰਨੀ ਕੁ ਵੀ ਇੱਕ ਦੂਜੇ ਲਈ ਸੈਂਸਿਟਿਵਿਟੀ ਨਹੀਂ ਬਚੀ ਵੀ ਅਸੀਂ ਇੰਨੇ ਜ਼ਿਆਦਾ ਅਸੀਂ ਸੈਲਫਿਸ਼ ਹੋ ਚੁੱਕੇ ਹਾਂ ਵੀ ਨਾ ਤਾਂ ਸਾਡੇ ਹੁਕਮਰਾਨ ਉਹਨਾਂ ਲਈ ਕੁਝ ਕਰਦੇ ਆ, ਤੇ ਨਾ ਹੀ ਸਾਡੇ ਲੋਕ ਇਸ ਲਈ ਖੜੇ ਹੁੰਦੇ ਆ, ਕਿਉਂਕਿ ਉਹ ਬਹੁਤ ਜ਼ਿਆਦਾ ਡਰੇ ਹੋਏ ਆ। ਅਗਲੀ ਆਸ ਜਿਹੜੀ ਹੁਣ ਵਸਦੀ ਆ, ਉਹ ਤੁਹਾਡੇ ਸਾਰਿਆਂ 'ਚ, ਸਾਡੇ ਸਾਰਿਆਂ 'ਚ ਵਸਦੀ ਆ। ਤੁਸੀਂ ਆਪਦੇ ਸੋਸ਼ਲ ਹੈਂਡਲਸ, ਚਾਹੇ ਉਹ ਫੇਸਬੁੱਕ ਹੋਵੇ, ਚਾਹੇ ਇੰਸਟਾਗ੍ਰਾਮ ਦੇ ਜ਼ਰੀਏ ਆਪਦੀ ਆਵਾਜ਼ ਬੁਲੰਦ ਕਰੋ। ਬਹੁਤ ਜ਼ਰੂਰੀ ਆ ਸਾਨੂੰ ਸਾਡੀ ਆਵਾਜ਼ ਬੁਲੰਦ ਕਰਨੀ, ਨਹੀਂ ਤਾਂ ਤੁਹਾਡੇ ਸਾਹਮਣੇ ਆਈ ਲੋਕ ਮਰਦੇ ਰਹਿਣਗੇ। ਆਯੁਰਵੈਦਿਕ ਕਾਲਜ ਆ ਇੱਕ ਉੱਥੋਂ ਦੇ ਬੱਚਿਆਂ ਨੇ ਲਗਾਤਾਰ 3 ਮਹੀਨੇ ਪ੍ਰੋਟੈਸਟ ਕੀਤਾ। ਰੋਜ਼ ਉਹ ਡੰਡੇ ਖਾ ਕੇ ਜਾਂਦੇ ਸੀ, ਰੋਜ਼ ਉਹਨਾਂ ਤੇ ਲਾਠੀ ਚਾਰਜ ਹੁੰਦਾ ਸੀ, ਪਰ ਉਹ ਪ੍ਰੋਟੈਸਟ ਕਰ ਰਹੇ ਸੀ। ਉਹਨਾਂ ਨੂੰ ਕਿਸੇ ਮੇਨ ਸਟ੍ਰੀਮ ਮੀਡੀਆ 'ਚ ਸਪੇਸ ਨਹੀਂ ਮਿਲੀ। ਇਸੇ ਕਰਕੇ ਨਹੀਂ ਮਿਲੀ ਕਿਉਂਕਿ ਇਹ ਮੀਡੀਆ ਵਿਕਿਆ ਹੋਇਆ। ਤੇ ਇੱਥੇ ਇੱਕ ਬਹੁਤ ਵੱਡੀ ਵੰਡ ਜਿਹੜੀ ਲੋਕਾਂ 'ਚ ਪਾਈ ਜਾ ਰਹੀ ਆ, ਚਾਹੇ ਉਹ ਹਿੰਦੂ ਮੁਸਲਮਾਨ ਦੀ ਹੋਵੇ, ਸਿੱਖ ਦੀ ਹੋਵੇ, ਹਰ ਕਿਤੇ ਸਾਡੇ ਮਨਾਂ 'ਚ, ਸਾਡੇ ਜਿਹੜੇ ਸੋਚ 'ਚ ਉਹ ਵੰਡ ਪਾਈ ਜਾ ਰਹੀ ਹੈ। ਇਸ ਵੰਡ ਨੂੰ ਜੇ ਅਸੀਂ ਨਹੀਂ ਸਮਝ ਸਕੇ ਤਾਂ ਸਾਡੇ ਲਈ ਬਹੁਤ ਮੰਦਭਾਗੀ ਗੱਲ ਹੈ। ਸਤਿ ਸ਼੍ਰੀ ਅਕਾਲ ਜੀ। ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਮੈਂ ਰੂਬਰੂ ਤੁਹਾਡੇ ਨਾਲ ਇਸ ਕਰਕੇ ਹੋਇਆ ਵੀ ਗੱਲ ਬੜੀ ਡਰਾਉਣ ਵਾਲੀ ਆ, ਬੜੀ ਡਰਾਵਣੀ ਗੱਲ ਆ। ਉਹ ਡਰਾਵਣੀ ਗੱਲ ਇਸ ਤਰ੍ਹਾਂ ਵੀ ਸਾਡੇ ਆਪਸੀ ਸਾਂਝ, ਭਾਈਚਾਰਕ ਤੇ ਪਿਆਰ ਦੀਆਂ ਧੱਜੀਆਂ ਉਡਾ ਦਿੱਤੀਆਂ ਜਾਣ, ਅਸੀਂ ਕੁਝ ਨਹੀਂ ਬੋਲਦੇ। ਸਾਡੇ ਐਜੂਕੇਸ਼ਨ ਦੀਆਂ ਧੱਜੀਆਂ ਉਡਾ ਦਿੱਤੀਆਂ ਜਾਣ, ਅਸੀਂ ਕੁਝ ਨਹੀਂ ਬੋਲਦੇ। ਸਾਡੇ ਆਸ-ਪਾਸ ਕੋਈ ਮਰੀ ਜਾਂਦਾ ਹੋਵੇ, ਅਸੀਂ ਉਹਨੂੰ ਦੇਖ ਕੇ ਵੀ ਕੁਝ ਨਹੀਂ ਬੋਲਦੇ। ਅਸੀਂ ਬਹੁਤ ਜ਼ਿਆਦਾ ਡਰ ਚੁੱਕੇ ਹਾਂ। ਅਧਮਰੇ ਜਿਹੜੇ ਇਨਸਾਨ ਜਾਂ ਸਾਡੀ ਨਾਗਰਿਕਤਾ ਦੀਆਂ ਧੱਜੀਆਂ ਉਡਾ ਦਿੱਤੀਆਂ ਜਾਣ, ਅਸੀਂ ਫਿਰ ਵੀ ਕੁਝ ਨਹੀਂ ਬੋਲਦੇ। ਅਸੀਂ ਬਹੁਤ ਜ਼ਿਆਦਾ ਡਰ ਚੁੱਕੇ ਹਾਂ। ਉਹ ਡਰ ਇਸ ਗੱਲ ਦਾ, ਜਿਹੜੇ ਸਾਡੇ ਹੁਕਮਰਾਨ ਆ, ਸਾਨੂੰ ਐਂ ਲੱਗਦਾ ਵੀ ਸਾਡਾ ਬਹੁਤ ਵੱਡਾ ਨੁਕਸਾਨ ਕਰ ਦੇਣਗੇ, ਇਸ ਕਰਕੇ ਚੁੱਪ ਹੀ ਭਲੀ ਆ। ਪਰ ਜੇ ਤੁਸੀਂ ਇੰਨਾ ਮਰ ਗਏ ਜਾਂ ਅਸੀਂ ਸਾਰੇ ਇੰਨਾ ਮਰ ਗਏ, ਇੰਨੀ ਚੁੱਪ ਵੱਟ ਕੇ ਬਹਿਣ ਲੱਗ ਗਏ, ਫਿਰ ਕੁਝ ਨਹੀਂ ਹੋ ਸਕਦਾ। ਸੋ ਇਸ ਡਰ ਤੋਂ ਸਾਨੂੰ ਉੱਤੇ ਉੱਠਣਾ ਪਊਗਾ। ਇਸ ਡਰ ਤੇ ਆਪਦੇ ਆਪ ਨੂੰ, ਇਸ ਡਰ ਤੇ ਸਾਨੂੰ ਜਿੱਤ ਪਾਉਣੀ ਪਊਗੀ। ਬਹੁਤ ਜ਼ਰੂਰੀ ਆ। ਮੈਂ ਇਸ ਕਰਕੇ ਇਹ ਗੱਲ ਕਰ ਰਿਹਾ, ਜਿਹੜਾ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਆ, ਉਹ ਇਸ ਦੇਸ਼ ਨੂੰ ਵਿਸ਼ਵ ਗੁਰੂ, ਭਾਰਤ ਵਿਸ਼ਵ ਗੁਰੂ ਹਿੰਦੁਸਤਾਨ ਦਾ ਦਰਜਾ ਦਿੰਦੇ ਆ। ਪਰ ਤੁਸੀਂ ਇਹ ਦੇਖ ਲਓ ਵੀ ਹਜ਼ਾਰਾਂ ਲੱਖਾਂ ਮਜ਼ਦੂਰ ਸੜਕਾਂ ਤੇ ਤੁਰਦੇ ਜਾ ਰਹੇ ਆ, ਗੱਡੀਆਂ 'ਚ ਜਾ ਰਹੇ ਆ, ਭੁੱਖੇ ਮਰ ਰਹੇ ਆ। ਉਹਨਾਂ ਕੋਲੇ ਨਾ ਪਾਣੀ ਆ, ਨਾ ਰੋਟੀ ਆ, ਨਾ ਉਹਦਾ ਕੋਈ ਇੰਤਜ਼ਾਮ ਕਰ ਰਿਹਾ। ਸੋ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਵਿਸ਼ਵ ਗੁਰੂ ਜਿਹੜਾ, ਜਾਂ ਵਿਸ਼ਵ ਗੁਰੂ ਹਿੰਦੁਸਤਾਨ ਦੇ, ਇਸ ਹਿੰਦੁਸਤਾਨ ਦੇ ਜਿਹੜੇ ਲੋਕ ਆ, ਉਹਨਾਂ 'ਚ ਕੋਈ ਸੰਵੇਦਨਸ਼ੀਲਤਾ ਜਾਂ ਉਹਨਾਂ 'ਚ ਕੋਈ ਇੰਨੀ ਕੁ ਵੀ ਇੱਕ ਦੂਜੇ ਲਈ ਸੈਂਸਿਟਿਵਿਟੀ ਨਹੀਂ ਬਚੀ ਵੀ ਅਸੀਂ ਇੰਨੇ ਜ਼ਿਆਦਾ ਅਸੀਂ ਸੈਲਫਿਸ਼ ਹੋ ਚੁੱਕੇ ਹਾਂ ਵੀ ਨਾ ਤਾਂ ਸਾਡੇ ਹੁਕਮਰਾਨ ਉਹਨਾਂ ਲਈ ਕੁਝ ਕਰਦੇ ਆ, ਤੇ ਨਾ ਹੀ ਸਾਡੇ ਲੋਕ ਇਸ ਲਈ ਖੜੇ ਹੁੰਦੇ ਆ,
क्योंकि वो बहुत ज़्यादा डरे हुए आ। मैं 2-3 दिन पहला आई किसी ने एक वीडियो भेजा, मैं ज़्यादा टीवी देखदा ही नहीं, ज़्यादा कि देखदा ही नहीं। उस वीडियो 'च एक डिबेट भेजी जिहड़ा कि साडा नैशनल एक चैनल आ रिपब्लिक चैनल आई थिंक, ਉਹਦੇ ਤੇ बड़े मशहूर ਜਿਹੜੇ अर्नव गोस्वामी वो डिबेट कर रहे सी ते ਉਹਦੇ 'ਚ ਵੱਡੇ लोगों ਨੂੰ शामिल किया गया भी बहस कराउणी आ। मैं बहुत ज़्यादा गंदियां बहसां देखियां, मैं बहुत ज़्यादा ਉਹਦੀ ਜਿਹੜੀ ਜਾਂ ਤੁਸੀਂ ਇਹ कह लो डिबेट्स का ਜਿਹੜਾ ਲੈਵਲ ਆ ਉਹ बहुत गिरिया होया देखिया, पर ਇੰਨਾ गिरिया होया नहीं देखिया जिथे ਅੱਜ ਦੇ ਦੌਰ 'ਚ ਵੀ, ਇਸ ਪੈਂਡਮਿਕ ਇਸ ਮਹਾਮਾਰੀ ਦੇ ਦੌਰ 'ਚ ਵੀ ਤੁਹਾਨੂੰ हिंदुस्तान ते पाकिस्तान वेचा जा रहा, हिंदू मुस्लिम वेचा जा रहा, तो वो जोड़े बहस करन आए हुए आ वो कदे तां कोई एक तीर या पता नहीं दिखा के बहस कर रहे हैं, या कोई एक नकली तोप जी दिखा रख के बहस कर रहे हैं, दूजे पासियों कोई आपदा एक तलवार कड्डी फिरदा। जे इनू बहस या इस चीज़ नू असी डिबेट मानते हैं, फिर मैं इस मीडिया तो भी कुछ नहीं आस रखता, क्योंकि जदों किते साडे सिस्टम नूं या सरकारां नूं सवाल करने होण तां साडा मीडिया सवाल करदा हुंदा। पर जे मीडिया इहो जिहा हो चुकिया जिहड़ी कि इन्हां ने डिजास्टर मैनेजमेंट एक्ट या डिजास्टर मैनेजमेंट नहीं कीती, या इन्हां लोकां ने इस पैंडमिक हैल्थ मैनेजमेंट नहीं कीती, यह मीडिया मैनेजमेंट करके बैठे आ। जे साडा मीडिया इहो जिहा हो चुकिया तां सानूं उस मीडिया तो कोई आस नहीं आ। अगली आस जिहड़ी हुण वसदी आ वो थोड़े सारिਆਂ 'ਚ ਸਾਡੇ ਸਾਰਿਆਂ 'ਚ ਵਸਦੀ ਆ। ਤੁਸੀਂ ਆਪਦੇ ਸੋਸ਼ਲ ਹੈਂਡਲਸ, ਚਾਹੇ ਉਹ ਫੇਸਬੁੱਕ ਹੋਵੇ ਚਾਹੇ ਇੰਸਟਾਗ੍ਰਾਮ ਦੇ ਜ਼ਰੀਏ ਆਪਦੀ ਆਵਾਜ਼ ਬੁਲੰਦ ਕਰੋ। ਬਹੁਤ ਜ਼ਰੂਰੀ ਆ ਸਾਨੂੰ ਸਾਡੀ ਆਵਾਜ਼ ਬੁਲੰਦ ਕਰਨੀ, ਨਹੀਂ ਤਾਂ ਤੁਹਾਡੇ ਸਾਹਮਣੇ ਆਈ ਲੋਕ ਮਰਦੇ ਰਹਿਣਗੇ। ਆਈ ਸਟੂਡੈਂਟਸ ਅੱਜ ਦੀ ਡੇਟ 'ਚ ਕੋਈ ਐਜੂਕੇਸ਼ਨ ਦੀ ਗੱਲ ਨਹੀਂ ਕਰ ਰਿਹਾ। ਫੀਸਾਂ ਪੰਜਾਬ ਦੀ, ਚਾਹੇ ਮੈਡੀਕਲ ਕਾਲਜਸ ਦੀ ਫੀਸ ਹੋਵੇ, ਚਾਹੇ ਉਹ ਕਿਸੇ ਹੋਰ ਸਟੇਟ ਦੀ, ਤੁਸੀਂ ਇਹ ਦੇਖ ਲਓ ਪਿਛਲੇ ਆਈ ਥਿੰਕ 4-5 ਮਹੀਨਿਆਂ तो पहला देहरादून आयुर्वैदिक कॉलेज है एक, उत्थों के बच्चों ने लगातार 3 महीने प्रोटेस्ट किया। रोज़ वो डंडे खा के जाते सी, रोज़ उन्होंने लाठी चार्ज हुंदा सी, पर वो प्रोटेस्ट कर रहे सी। उन्होंने किसी मेन स्ट्रीम मीडिया च स्पेस नहीं मिली, इसे करके नहीं मिली क्योंकि यह मीडिया बिकिया होया ते इस मीडिया नूं मैनेज किया जाता एक किसी ऑफिस च बैठ के, किसी कॉरपोरेट ऑफिस होवे चां किसी राजनीतिक दल का ऑफिस होवे, उत्थे बैठ के इस मीडिया नूं मैनेज किया जाता। ते जिहड़े इन्हां दे एंकर्स आ, इन्हां दे रिप्रजेंटेटिव्स बने हुए आ, इन्हां दे थिंक टैंक बने हुए आ, ते इत्थे एक बहुत वड्डी वंड जिहड़ी लोकां 'च पाई जा रही है, चाहे वो हिंदू मुसलमान दी होवे, सिख दी होवे, हर किते साडे मनां 'च, साडे जिहड़े सोच 'च ओह वंड पाई जा रही है। इस वंड नूं जे असीं नहीं समझ सके तां साडे लई बहुत मंदभागी गल आ। सो जिवें मैं तुहानूं डिबेट की गल कर रहा सी, फिर तुसीं ये देखो इन्हां बारे कोई, इन्हां मुद्दिआं बारे कोई गल नहीं कर रहा, क्योंकि असीं बहुत सारे इहो जिहे लोग हैं जो डरे हुए हैं। पिछले 9-10 महीनों तो जो कुछ कश्मीर च चल रहा उहदे बारे कोई गल नहीं कर रहा, क्योंकि असीं इहो जिहे लोग हाँ कि असीं बहुत ज़्यादा डरे हुए हैं। अज दी डेट च इस डिबेट ते ये जिहड़ी डिबेट हुई जिथे कि तलवारां ते तोपां ते तीर लैके लोग डिबेट कर रहे सी, डिबेट नहीं कर रहे सी, उत्थे कुछ पता नहीं की हो रहा सी। आई कुडंट वॉच इट फॉर 5 मिनट्स ऑल्सो। सो इस गल ते जिहड़े साडे इंफॉर्मेशन एंड टैक्नोलॉजी या IMP साडे मिनिस्टर आ, इंफॉर्मेशन एंड ब्रॉडकास्टिंग मिनिस्टर आ, वो कोई इस गल ते आपदी प्रतिक्रिया या टिप्पणी या इन्हां ते एक्शन नहीं लेंदे, या उहो जिहे चैनल का कोई लाइसेंस कैंसल करने वास्ते नहीं जाता, क्योंकि इस वक्त तुहाडा ध्यान या तां जिहड़ा मेन पैंडमिक आ जां साडी हैल्थ सर्विसिज ते चाहीदा, साडी एजुकेशन ते चाहीदा, साडी इंप्लॉयमेंट ते चाहीदा, उत्थों हटा के हिंदू मुसलमान ते दिता जाऊगा, या उत्थों हटा के इंडिया चाइना ते दिता जाऊगा। ये सारियां पोलिटिकल गेम्स आ जिहड़ियां ये खेडनों नहीं हट रहे ये। सो सानू सवाल करने बनते आ, जे तुसीं सवाल नहीं करोगे तां असीं सारे मर जांगे। तुसीं ये सोचो भी एक सिस्टम इस देश का, इस कंट्री का मर जूगा, तो इसे करके साडा सारियां दा सवाल करना इन्हां नूं बहुत ज़्यादा जरूरी आ। सो क्योंकि इन्हां दा अटैक एजुकेशन सिस्टम ते भी हो रहा, इन्हां दा अटैक साडियां यूनिवर्सिटीज़ ते भी हो रहा, साडे इतिहास दियां भी धज्जियां उड़ाईयां जा रही, खास करके पंजाब दे इतिहास दियां
ਜਮਾਂ ਹੀ ਧੱਜੀਆਂ ਉਡਾਈਆਂ ਜਾ ਰਹੀਆਂ, ਜਾਂ ਇਹ ਵੀ ਆਪਦਾ ਇਤਿਹਾਸ ਜਿਹੜਾ ਹਿੰਦੁਸਤਾਨ ਦਾ ਇਤਿਹਾਸ ਬਦਲ ਕੇ ਕਿਸੇ ਹੋਰ ਢੰਗ 'ਚ ਇੱਕ ਨਵਾਂ ਜਿਹੜਾ ਲਫ਼ਜ਼ ਇਸ ਗਵਰਨਮੈਂਟ ਨੇ ਦਿੱਤਾ ਹਿੰਦੁਤਵਾ ਦਾ, ਉਸ ਫਿਲਾਸਫੀ ਜਾਂ ਉਸ ਵਿਚਾਰਧਾਰਾ ਦੇ ਅਕੋਰਡਿੰਗਲੀ ਪੇਸ਼ ਕੀਤਾ ਜਾ ਰਿਹਾ, ਹਰ ਫਲਸਫਾ ਉਸ ਦੇ ਅਕੋਰਡਿੰਗਲੀ ਪੇਸ਼ ਕੀਤਾ ਜਾ ਰਿਹਾ। ਸੋ ਮੈਂ ਚਾਹਣਾ ਤੁਸੀਂ ਸਾਰੇ ਆਪਦੀ ਆਵਾਜ਼ ਉਠਾਓ ਜਿਹੜੇ ਮੇਰੇ ਨਾਲ ਇਸ ਗੱਲ 'ਚ ਸਹਿਮਤੀ ਰੱਖਦੇ ਹੋ, ਜਾਂ ਇਸ ਗੱਲ 'ਚ ਤੁਸੀਂ ਮੈਨੂੰ ਮੇਰਾ ਸਾਥ ਦੇਣਾ ਚਾਹੋ ਵੀ ਅਸੀਂ ਸਵਾਲ ਪੁੱਛੀਏ, ਅਸੀਂ ਇਹਨਾਂ ਤੋਂ ਆਪਦੇ ਸਵਾਲਾਂ ਦਾ ਜਵਾਬ ਪੁੱਛੀਏ, ਕਿਉਂਕਿ ਉਹ ਬਹੁਤ ਜ਼ਰੂਰੀ ਆ। ਆਪਦੀ ਆਵਾਜ਼ ਉਠਾਉਣੀ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕੀ ਹੈ ਇਸ ਵੇਲੇ। ਸੋ ਮੈਂ ਕੁਛ ਜਿਹੜੀਆਂ ਤੁਸੀਂ ਇਹ ਦੇਖ ਲਓ ਵੀ ਇੱਕ ਪਾਸੇ ਤੋਂ ਮਜ਼ਦੂਰ ਮਰ ਰਹੇ ਸੀ, ਜਿਹੜੀਆਂ ਟ੍ਰੇਨਸ ਦੀ ਬੰਦੋਬਸਤ ਕੀਤਾ ਗਿਆ ਟ੍ਰੇਨਸ ਦਾ ਉਹਨਾਂ ਨੂੰ ਆਪਦੇ ਟਿਕਾਣਿਆਂ ਤੇ ਪਹੁੰਚਾਉਣ ਵਾਸਤੇ, ਉਹ ਸਾਰੇ ਹਿੰਦੁਸਤਾਨ 'ਚ ਘੁੰਮ ਕੇ, ਜੇ ਕਿਸੇ ਨੇ ਝਾਰਖੰਡ ਜਾਂ ਬਿਹਾਰ ਜਾਣਾ ਉਹ ਉੜੀਸਾ ਵੀ ਜਾਊ, ਕੇਰਲਾ ਵੀ ਜਾਊ, ਮੈਨੂੰ ਲੱਗਦਾ ਹੋਰ ਵੈਸਟ ਬੰਗਾਲ ਵੀ ਜਾਊ, ਸਭ ਕਿਤੇ ਘੁੰਮ ਕੇ ਤੇ 90 ਘੰਟਿਆਂ 'ਚ ਜਾਂ 2 3 ਦਿਨਾਂ 'ਚ ਉੱਥੇ ਉਹਨਾਂ ਨੂੰ ਪਹੁੰਚਾ ਰਹੀ ਹੈ। ਰਸਤੇ 'ਚ ਉਹਨਾਂ ਦੇ ਖਾਣ ਲਈ, ਉਹਨਾਂ ਦੇ ਪੀਣ ਲਈ ਕੋਈ ਬੰਦੋਬਸਤ ਨਹੀਂ ਆ। ਤੁਸੀਂ ਸਾਰਿਆਂ ਨੇ ਉਹ ਵੀਡੀਓਜ਼ ਦੇਖੇ ਹੋਣੇ ਹੋ, ਪਰ ਕੋਈ ਵੀ ਆਵਾਜ਼ ਨਹੀਂ ਉਠਾਉਂਦਾ, ਕੋਈ ਵੀ ਨਹੀਂ ਬੋਲਦਾ, ਕਿਉਂਕਿ ਅਸੀਂ ਸਾਰੇ ਡਰ ਚੁੱਕੇ ਹਾਂ, ਅਸੀਂ ਸਾਰੇ ਮਰ ਚੁੱਕੇ ਹਾਂ। ਜੇ ਐਂ ਡਰਦੇ ਜਾਂ ਮਰਦੇ ਰਹਾਂਗੇ ਤਾਂ ਖਤਮ ਹੋ ਜਾਵਾਂਗੇ। ਇਹ ਬਹੁਤ ਬਹੁਤ ਮਾੜੀ ਗੱਲ ਆ ਸਾਡੇ ਸਾਰਿਆਂ ਲਈ। ਸੋ ਤੁਸੀਂ ਇਹ ਦੇਖੋ ਵੀ 20 ਲੱਖ ਕਰੋੜ ਕੋਈ ਪੈਕੇਜ ਦਾ ਐਲਾਨ ਕੀਤਾ ਗਿਆ, ਪਰ ਉਹ 20 ਲੱਖ ਕਰੋੜ 'ਚ ਇਹਨਾਂ ਗਰੀਬਾਂ ਲਈ ਨਾ ਤਾਂ ਕਿਸੇ ਨੇ ਰੋਟੀ ਦਾ ਇੰਤਜ਼ਾਮ ਕੀਤਾ, ਨਾ ਪਾਣੀ ਦਾ ਇੰਤਜ਼ਾਮ ਕੀਤਾ, ਨਾ ਉਹਨਾਂ ਦੇ ਲਈ ਕੋਈ ਹੋਰ ਇਨਫਰਾਸਟ੍ਰਕਚਰ ਤਿਆਰ ਕੀਤਾ। ਸਾਡੀਆਂ ਸਿਹਤ ਸੇਵਾਵਾਂ ਅੱਜ ਮੈਨੂੰ ਲੱਗਦਾ 70-80 ਦਿਨ ਹੋ ਗਏ ਆ ਇਸ ਮਹਾਮਾਰੀ ਨੂੰ ਆਏ ਹੋਏ, ਅੱਜ ਤੱਕ ਬਿਹਤਰ ਹੋ ਜਾਣੀਆਂ ਚਾਹੀਦੀਆਂ ਸੀ, ਅੱਜ ਤੱਕ ਵਧੀਆ ਹੋ ਜਾਣੀਆਂ ਚਾਹੀਦੀਆਂ ਸੀ, ਪਰ ਉਹਦੇ ਬਾਰੇ ਵੀ ਕੋਈ ਗੱਲ ਨਹੀਂ ਕੀਤੀ ਜਾ ਰਹੀ, ਕਿਉਂਕਿ ਇਹ ਸਾਰੇ ਆਪਦੀਆਂ ਰੋਟੀਆਂ ਸੇਕਣ ਤੇ ਹੀ ਲੱਗੇ ਹੋਏ ਆ। ਜਿਵੇਂ ਮੈਂ ਕਹਿੰਦਾ ਹੁੰਦਾ, ਪਹਿਲਾਂ ਕਾਂਗਰਸ ਵਾਲਿਆਂ ਨੇ ਆਪਦੇ ਚੰਮ ਦੀਆਂ ਚਲਾਈਆਂ, ਹੁਣ ਬੀਜੇਪੀ ਵਾਲੇ ਜਾਂ ਸਾਡੀ ਜਿਹੜੀ ਹੁਣ ਪ੍ਰੈਜ਼ੈਂਟ ਗਵਰਨਮੈਂਟ ਆ ਇਹ ਆਪਦੀਆਂ ਚੰਮ ਦੀਆਂ ਚਲਾ ਰਹੀ ਹੈ। ਜੇ ਅਸੀਂ ਨਹੀਂ ਬੋਲੇ ਜਾਂ ਉਹਨਾਂ ਭਗਤਾਂ ਦੇ ਕੰਨ 'ਚ ਗੱਲ ਨਹੀਂ ਪਾਈ ਜਿਹੜੇ ਇਹਨਾਂ ਦੇ ਪਿੱਛੇ ਲੱਗੇ ਫਿਰਦੇ ਆ, ਤਾਂ ਮੈਨੂੰ ਐਂ ਲੱਗਦਾ ਵੀ ਅਸੀਂ ਸਾਰੇ ਵੀ ਮਰ ਜਾਵਾਂਗੇ। ਸਾਡੇ ਹੋਂਦ ਦਾ ਕੋਈ ਅਸਰ ਨਹੀਂ ਆ, ਸਾਡੀ ਹੋਂਦ ਦਾ ਕੋਈ ਮਤਲਬ ਨਹੀਂ ਆ। ਸੋ ਇਸ ਕਰਕੇ ਸਾਨੂੰ ਬੋਲਣਾ ਬਹੁਤ ਜ਼ਰੂਰੀ ਆ ਮਿੱਤਰੋ। ਸੋ ਆਪਦੀ ਆਵਾਜ਼ ਬੁਲੰਦ ਕਰੋ, ਆਪਦੀ ਆਵਾਜ਼ ਉਠਾਓ, ਇਹ ਬਹੁਤ ਜ਼ਰੂਰੀ ਆ ਤੁਹਾਡੇ ਲਈ। ਮੈਂ ਐਜੂਕੇਸ਼ਨ ਦੀ ਗੱਲ ਕਰਦਾ, ਮੈਂ ਹਿਸਟਰੀ ਜਾਂ ਇਤਿਹਾਸ ਦੀ ਗੱਲ ਕਰਦਾ, ਮੈਂ ਸਾਡੀ ਗਵਰਨੈਂਸ ਦੀ ਗੱਲ ਕਰਦਾ। ਤੁਸੀਂ ਐਂਟਰਟੇਨਮੈਂਟ ਵਾਲੇ ਪਾਸੇ ਨਾ ਜਾਓ, ਤੁਸੀਂ ਉਹਨਾਂ ਚੀਜ਼ਾਂ ਨੂੰ ਨਾ ਵਾਇਰਲ ਕਰੋ ਜਿਹੜੀਆਂ ਸਾਨੂੰ ਬਹੁਤ ਘਟੀਆ ਕਿਸਮ ਦਾ ਐਂਟਰਟੇਨਮੈਂਟ ਪ੍ਰੋਵਾਈਡ ਕਰਦੀਆਂ। ਜਿਵੇਂ ਕਿ ਆਪਾਂ ਉਹ ਡਿਬੇਟ ਦੀ ਗੱਲ ਕਰ ਰਹੇ ਸੀ, ਜਿਹੜਾ ਅਰਨਵ ਗੋਸਵਾਮੀ ਰਿਪਬਲਿਕ ਟੀਵੀ ਤੇ ਕਰ ਰਿਹਾ ਸੀ, ਤਾਂ ਉਹਨੂੰ ਡਿਬੇਟ ਕਿਹਾ ਜਾ ਰਿਹਾ ਸੀ। ਤੁਸੀਂ ਉਹਨਾਂ ਨੂੰ ਨਾ ਵਾਇਰਲ ਕਰੋ, ਤੁਸੀਂ ਆਪਦੇ ਕੁਐਸਚਨਸ ਨੂੰ, ਲੋਕਾਂ ਦੀ ਆਵਾਜ਼ ਨੂੰ, ਜਾਂ ਉਹਨਾਂ ਦੇ ਹੱਕਾਂ ਲਈ ਜਿਹੜੀ ਆਵਾਜ਼ ਉੱਠਦੀ ਆ ਉਸ ਚੀਜ਼ ਨੂੰ ਵਾਇਰਲ ਕਰੋ, ਕਿਉਂਕਿ ਅਸੀਂ ਇਹ ਸਾਰਾ ਸਿਸਟਮ ਬਦਲਣਾ, ਅਸੀਂ ਇੱਕ ਨਾ ਇੱਕ ਦਿਨ ਇੱਥੇ ਚੇਂਜ ਲੈ ਕੇ ਆਉਣੀ ਆ। ਅਸੀਂ ਜਿੱਤਣਾ ਵੀ ਆ, ਉਹਦੇ ਲਈ ਸਾਡਾ ਲੜਦੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਡਰ ਤੋਂ ਉੱਤੇ ਉੱਠੋ, ਡਰਨ ਦੀ ਕੋਈ ਗੱਲ ਨਹੀਂ, ਜੋ ਹੋਊਗਾ ਉਹਨੂੰ ਹੁਣ ਅਸੀਂ ਨਜਿੱਠ ਲਾਂਗੇ। ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਦੈਟ ਵੀ ਟੇਕ ਦ ਬੋਲ ਬਾਈ ਇਟਸ ਹੌਰਨਸ। ਇਹ ਇੱਕ ਪੁਰਾਣੀ ਕਹਾਵਤ ਆ ਅੰਗਰੇਜ਼ੀ ਦੀ ਵੀ ਜਦੋਂ ਤੁਸੀਂ ਡਰ ਨਾਲ ਲੜਨ ਲੱਗ ਜਾਓਗੇ ਨਾ, ਤਾਂ ਡਰ ਹੌਲੀ ਹੌਲੀ ਤੁਹਾਡੇ ਅੱਗੇ ਹਾਰ ਜਾਊਗਾ। ਸੋ ਇਸ ਕਰਕੇ ਬਹੁਤ ਸਾਰੇ ਲੋਕ ਮੈਨੂੰ ਵੀ ਕਹਿੰਦੇ ਰਹਿੰਦੇ ਆ, ਬਾਈ ਤੂੰ ਬੋਲਦਾ, ਤੈਨੂੰ ਡਰ ਨਹੀਂ ਲੱਗਦਾ। ਦੇਖੋ, ਹਰ ਕਿਸੇ ਨੂੰ ਕਿਸੇ ਨਾ ਕਿਸੇ ਲੈਵਲ ਤੇ ਡਰ ਹੁੰਦਾ, ਪਰ ਉਸ ਡਰ ਨੂੰ ਜਿੱਤਣਾ ਬਹੁਤ ਜ਼ਰੂਰੀ ਆ। ਇਸ ਕਰਕੇ ਸਾਡਾ ਜਿੱਤਣਾ ਬਹੁਤ ਮਾਇਨੇ ਰੱਖਦਾ, ਸਾਡਾ ਆਪਦੇ ਆਪ ਨੂੰ ਜਿੱਤਣਾ ਬਹੁਤ ਮਾਇਨੇ ਰੱਖਦਾ। ਇੱਕ ਸਾਡੀ ਕਮਿਊਨਿਟੀ ਬਿਲਡ ਕਰਨਾ, ਉਸ ਕਮਿਊਨਿਟੀ ਇਹੋ ਜਿਹੀ ਬਿਲਡ ਹੋਵੇ ਜਿਹੜੀ ਆਵਾਜ਼ ਉਠਾਏ, ਉਸ ਕਮਿਊਨਿਟੀ ਨੂੰ ਆਪਦੇ ਜਿਹੜੇ ਲੋਕਾਂ ਦੇ ਹੱਕਾਂ ਲਈ ਆਪਦੀ ਆਵਾਜ਼ ਆ ਜਾਂ ਆਪਦੇ ਇਰਾਦੇ ਆ, ਉਹਨਾਂ ਚੀਜ਼ਾਂ ਨੂੰ ਬੁਲੰਦ ਕਰਨਾ ਬਹੁਤ ਜ਼ਰੂਰੀ ਆ। ਸੋ ਇਸ ਲਈ ਆਪਦੀ ਆਵਾਜ਼ ਉਠਾਓ, ਔਰ ਡਰ ਤੋਂ, ਇਸ ਤੋਂ ਆਪਦੀ, ਮੇਰੇ ਖਿਆਲ 'ਚ ਡਰ ਤੋਂ ਉੱਤੇ ਉੱਠ ਕੇ ਇਹਦੇ ਤੇ ਜਿੱਤ ਪਾਉਣੀ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਸੋ ਕਿਉਂਕਿ ਅਦਰਵਾਈਜ਼ ਇਸ ਦੇਸ਼ 'ਚ ਤੁਹਾਡਾ ਜਾਂ ਗਰੀਬਾਂ ਦਾ ਕੁਛ ਨਹੀਂ ਬਣਨਾ। ਜਿਹੜੀਆਂ ਪਾਲਿਸੀਜ਼ ਬਣਦੀਆਂ ਰਹਿਣਗੀਆਂ ਉਹ ਉਸ ਕਾਰਪੋਰੇਟ ਸੈਕਟਰਸ ਨੂੰ ਅਕੋਮੋਡੇਟ ਕਰਨ ਵਾਸਤੇ ਬਣਦੀਆਂ ਰਹਿਣਗੀਆਂ। ਸਰਮਾਏਦਾਰੀ ਵੱਧਦੀ ਰਹੂਗੀ, ਕੈਪੀਟਲਿਜ਼ਮ ਵੱਧਦਾ ਰਹੂਗਾ। ਸੋ ਇਹ ਡੈਮੋਕ੍ਰੇਸੀ ਕੋਈ ਡੈਮੋਕ੍ਰੇਸੀ ਨਹੀਂ ਹੈ, ਇਹ ਕੈਪੀਟਲਿਸਟਿਕ ਸੁਸਾਇਟੀ ਹੋ ਚੁੱਕੀ ਆ। ਇਹਦੇ ਅਗੇਂਸਟ ਆਪਦੀ ਆਵਾਜ਼ ਬੁਲੰਦ ਕਰਨੀ ਸਾਡਾ ਫਰਜ਼ ਆ। ਹੁਣ ਸਾਡਾ,
ਮੈਨੂੰ ਲੱਗਦਾ ਧਰਮ ਬਣ ਚੁੱਕਿਆ ਇਹ। ਸੋ ਆਪਦੇ ਧਰਮਾਂ ਤੋਂ, ਆਪਦੀਆਂ ਜਾਤਾਂ ਪਾਤਾਂ ਤੋਂ ਉੱਤੇ ਉੱਠ ਕੇ, ਆਪਦੇ ਨਿੱਜੀ ਫਾਇਦਿਆਂ ਤੋਂ ਉੱਤੇ ਉੱਠ ਕੇ ਸਾਨੂੰ ਸਾਡੇ ਆਸ-ਪਾਸ ਲਈ, ਸਾਡੇ ਸਮਾਜ ਲਈ, ਸਾਡੀ ਕੌਮ ਲਈ ਬੋਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਨਹੀਂ ਤਾਂ ਤੁਸੀਂ ਇਹ ਦੇਖੋ ਵੀ ਇਹ ਤਾਂ ਹੋਰ 10 15 20 ਸਾਲ ਰਾਜ ਕਰਨ ਦਾ ਜਿਹੜਾ ਇੱਕ ਆਪਦਾ ਸੁਪਨਾ ਪਾਲੀ ਬੈਠੇ ਆ, ਪਰ ਜੇ ਐਂ ਕਰਦੇ ਰਹੇ ਤਾਂ ਫਿਰ ਅਸੀਂ ਸਾਰੇ ਮਰ ਜਾਾਂਗੇ। ਇੱਥੇ ਕੋਈ ਆਵਾਜ਼ ਨਹੀਂ ਰਹਿਣੀ, ਇੱਥੇ ਉਹੀ ਆਵਾਜ਼ ਰਹੂਗੀ ਜੋ ਇਹ ਸਾਡੇ ਤੋਂ ਕਹਾਉਣਾ ਚਾਹਣਗੇ। ਇੱਥੇ ਉਹੀ ਬੋਲੂਗਾ ਮੀਡੀਆ ਜੋ ਮੇਨ ਸਟ੍ਰੀਮ ਮੀਡੀਆ ਇਹ ਆਪਦੇ ਆਫਿਸਿਸ 'ਚੋਂ ਉਹਨਾਂ ਨੂੰ ਆਰਟੀਕਲਸ ਤਿਆਰ ਕਰਕੇ ਦੇ ਦੇਣਗੇ। ਉਹ ਆਰਟੀਕਲਸ ਹਰ ਮੀਡੀਆ ਆਪਦੇ ਅੰਦਾਜ਼ 'ਚ ਉਹਦਾ ਕਹਿਣ ਦਾ ਮਤਲਬ ਉਹੀ ਆ, ਉਹਦਾ ਅਰਥ ਉਹੀ ਆ, ਪਰ ਉਹਨਾਂ ਨੇ ਸਿਰਫ ਆਪਦੇ ਅੰਦਾਜ਼ 'ਚ, ਆਪਦੇ ਲਫ਼ਜ਼ਾਂ 'ਚ ਇੱਕੋ ਹੀ ਚੀਜ਼ ਬੋਲਦੇ ਆ, ਕਿਉਂਕਿ ਅਸਲ ਖਬਰ ਤਾਂ ਹੁਣ ਸਾਹਮਣੇ ਹੀ ਨਹੀਂ ਆ ਰਹੀ ਸਾਡੀ। ਤੁਸੀਂ ਇਹ ਦੇਖੋ, ਇੱਕ ਬੰਦਾ ਅਮਰੀਕਾ 'ਚ, ਇੱਕ ਬੰਦਾ ਮਰ ਗਿਆ, ਸਾਰਾ ਅਮਰੀਕਾ ਉਹਦੇ ਅਗੇਂਸਟ ਖੜਾ ਹੋ ਗਿਆ, ਸਿਸਟਮ ਦੇ ਅਗੇਂਸਟ ਖੜਾ ਹੋ ਗਿਆ, ਉਹਦੇ ਹੱਕ 'ਚ ਖੜਾ ਹੋ ਗਿਆ ਸਾਰਾ ਅਮਰੀਕਾ, ਵੀ ਉਹਨੂੰ ਜਿਸ ਤਰ੍ਹਾਂ ਮਾਰਿਆ ਗਿਆ, ਚਾਹੇ ਉਹ ਕਿਸੇ ਰੇਸਿਜ਼ਮ ਦਾ ਸ਼ਿਕਾਰ ਹੋਇਆ ਜਾਂ ਨਹੀਂ ਹੋਇਆ, ਪਰ ਜੋ ਪ੍ਰੋਟੈਸਟ ਚੱਲ ਰਹੇ ਆ, ਚਲੋ ਉਹਨਾਂ ਪ੍ਰੋਟੈਸਟ 'ਚ ਉੱਥੇ ਲੋਕ ਲੁੱਟ ਖੋਹ ਵੀ ਕਰ ਰਹੇ ਆ, ਪਰ ਮੈਂ ਇਹ ਕਹਿੰਦਾ ਉੱਥੇ ਪ੍ਰੋਟੈਸਟ ਤਾਂ ਹੋ ਰਹੇ ਆ, ਸਾਡੇ ਤਾਂ ਇੱਥੇ ਪ੍ਰੋਟੈਸਟ ਵੀ ਨਹੀਂ ਹੁੰਦੇ ਹੁਣ। ਤੇ ਜੇ ਉਹ ਪ੍ਰੋਟੈਸਟ ਪਹਿਲਾਂ ਮੀਡੀਆ ਸਵਾਲ ਪੁੱਛਦਾ ਸੀ, ਹੁਣ ਮੀਡੀਆ ਸਵਾਲ ਪੁੱਛਣ ਦੀ ਜਗ੍ਹਾ ਭਾਰਤ ਮਾਤਾ ਦੀ ਜੈ ਕਰਨ ਲੱਗ ਜਾਂਦਾ, ਤੇ ਜੇ ਉਹ ਸਵਾਲ ਲੋਕ ਪੁੱਛਦੇ ਆ, ਲੋਕਾਂ ਨੂੰ ਡਰਾ ਦਿੱਤਾ ਜਾਂਦਾ, ਤੇ ਜੇ ਉਹ ਸਵਾਲ ਸਟੂਡੈਂਟਸ ਪੁੱਛਦੇ ਆ ਕਿਸੇ ਨਾ ਕਿਸੇ ਯੂਨੀਵਰਸਿਟੀ 'ਚ, ਚਾਹੇ JNU ਹੋਵੇ, ਚਾਹੇ ਉਹ ਅਲੀਗੜ੍ਹ ਯੂਨੀਵਰਸਿਟੀ ਹੋਵੇ, ਤਾਂ ਉਹਨਾਂ ਨੂੰ ਸੈਡੇਸ਼ਨ ਦੇ ਚਾਰਜਸ ਲਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਪਾ ਦਿੱਤਾ ਜਾਂਦਾ। ਪਰ ਇਹ ਜੇ ਚੀਜ਼ ਹੁੰਦੀ ਰਹੀ, ਤੁਸੀਂ ਮਰ ਜਾਓਗੇ, ਅਸੀਂ ਮਰ ਜਾਾਂਗੇ, ਜਮਾਂ ਹੀ ਸਾਡੇ ਕੋਲੇ ਕੁਝ ਨਹੀਂ ਰਹਿਣਾ। ਐਂਡ ਸਪੈਸ਼ਲੀ ਪੰਜਾਬ ਲਈ, ਸਾਡੀ ਕੌਮ ਲਈ ਮੈਂ ਇਹ ਗੱਲ ਕਰਦਾ। ਦੇਖੋ, ਅਸੀਂ ਬਹੁਤ ਚਿਰ ਤੋਂ ਆਪਦੇ ਹੱਕਾਂ ਲਈ ਲੜਦੇ ਆ ਰਹੇ ਹਾਂ, ਅਸੀਂ ਬਹੁਤ ਚਿਰ ਤੋਂ ਆਪਦੀ ਕੌਮ ਲਈ ਲੜਦੇ ਆ ਰਹੇ ਹਾਂ। ਇਹ ਸਾਡੀ ਸ਼ਾਨ ਵੀ ਆ, ਆਪਦੇ ਹੱਕਾਂ ਲਈ ਵੀ ਲੜਨਾ ਪੈਂਦਾ, ਆਪਦੀ ਕੌਮ ਲਈ ਵੀ ਲੜਨਾ ਪੈਂਦਾ। ਇਹ ਸ਼ਾਨ ਵਾਲੀ ਗੱਲ ਆ। ਜਾਂ ਆਪਦਾ ਅਸੀਂ ਕਹਿੰਦੇ ਆ ਸਾਨੂੰ ਇੰਡੀਪੈਂਡੈਂਟ ਸਟੇਟ ਦਿਓ, ਇਹ ਵੀ ਸ਼ਾਨ ਵਾਲੀ ਗੱਲ ਆ। ਮੈਂ ਜੇ ਇਸ ਫਿਲਾਸਫੀ ਨੂੰ ਵੀ ਗਲਤ ਨਹੀਂ ਸਮਝਦਾ, ਕਿਉਂਕਿ ਜਿਹੜੇ ਹਿਸਾਬ ਨਾਲ ਇਸ ਸਟੇਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਹੜੇ ਹਿਸਾਬ ਨਾਲ ਇਸ ਸਟੇਟ ਦਾ ਨਿਰਮਾਣ ਅੱਜ ਤੋਂ ਨਹੀਂ ਬਹੁਤ ਟਾਈਮ ਤੋਂ ਹੁੰਦਾ ਜਾ ਰਿਹਾ, ਉਸ ਸਾਰੇ ਸਿਸਟਮ 'ਚ, ਉਸ ਸਾਰੇ ਵਾਤਾਵਰਨ 'ਚ ਰਹਿਣ ਨਾਲੋਂ ਫਿਰ ਚੰਗੀ ਗੱਲ ਇਹ ਆ ਵੀ ਅਸੀਂ ਆਪਦੀ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਤਾਂ, ਜਾਂ ਕਰ ਦਈਏ ਤਾਂ ਇਹੀ ਗੱਲ ਤੁਸੀਂ ਸਾਡੀ ਕੌਮ ਨੂੰ ਜੇ ਦਬਾਓਗੇ, ਜਾਂ ਉਹਨਾਂ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਮੀਡੀਆ ਦੇ ਰਾਹੀਂ ਇਹ ਪੋਰਟਰੇ ਕਰਨ ਦੀ ਕੋਸ਼ਿਸ਼ ਕਰੋਗੇ ਵੀ ਅਸੀਂ ਤਾਂ ਜਿਹੜੇ ਹਿੰਸਾਵਾਦੀ ਲੋਕ ਆ, ਜਾਂ ਅਸੀਂ ਆਤੰਕਵਾਦੀ ਆ, ਜਾਂ ਅਸੀਂ ਵਾਇਲੈਂਸ ਪ੍ਰਮੋਟ ਕਰਦੇ ਆ, ਤਾਂ ਇਹ ਬਹੁਤ ਮਾੜੀ ਗੱਲ ਆ। ਕਿਉਂਕਿ ਅਸੀਂ ਹੀ ਉਹ ਲੋਕ ਆ ਜਿਹੜੇ ਤੁਹਾਡੇ ਲਈ ਵੀ ਲੜੇ ਆ, ਤੁਹਾਡੇ ਲਈ ਜਾਂ ਇਸ ਹਿੰਦੁਸਤਾਨ ਲਈ ਲੜੇ ਹਾਂ। ਸਾਡੀਆਂ 90% ਕੁਰਬਾਨੀਆਂ, ਜਾਂ ਅਸੀਂ ਲੜਾਉਣ ਵੇਲੇ ਜਦੋਂ ਮਰਜ਼ੀ ਸਾਨੂੰ ਜਿਹੜੇ ਮਰਜ਼ੀ ਪਾਸਿਓਂ ਲੜਾ ਲੈਂਦੇ ਹੋ। ਜੇ ਬ੍ਰਿਟਿਸ਼ ਸਰਕਾਰ ਹੋਵੇ ਤਾਂ ਉੱਥੇ ਵੀ ਸਭ ਤੋਂ ਜ਼ਿਆਦਾ ਵਿਕਟੋਰੀਆ ਮੈਡਲ ਸਾਡੇ ਆਉਂਦੇ ਆ ਜਦੋਂ World War II ਦੀ ਗੱਲ ਕਰੀਏ। ਜੇ ਇੰਡੀਪੈਂਡੈਂਸ ਦੀ ਗੱਲ ਕਰੀਏ ਤਾਂ ਉੱਥੇ ਵੀ ਸਭ ਤੋਂ ਜ਼ਿਆਦਾ ਕੁਰਬਾਨੀਆਂ ਸਾਡੀਆਂ। ਸੋ ਇਸ ਲਈ ਸਾਨੂੰ ਇੱਕ ਇੰਟੈਗਰਲ ਪਾਰਟ ਜੇ ਨਹੀਂ ਮੰਨਿਆ ਜਾਊਗਾ, ਜਾਂ ਸਾਡੀ ਨਸਲਕੁਸ਼ੀ ਜਾਂ ਜਿਹੜੀ ਜੈਨੋਸਾਈਡ ਦੀਆਂ ਕੋਸ਼ਿਸ਼, ਚਾਹੇ ਸਾਡੇ ਇਤਿਹਾਸ ਨੂੰ ਬਰਬਾਦ ਕਰਕੇ, ਚਾਹੇ ਹੋਰ ਕਿਸੇ ਵਜ੍ਹਾ ਕਰਕੇ ਕੀਤੀ ਜਾਊਗੀ, ਤਾਂ ਅਸੀਂ ਤਾਂ ਖੜੇ ਹੋਵਾਂਗੇ। ਅਸੀਂ ਡਰਦੇ ਨਹੀਂ, ਅਸੀਂ ਸਵਾਲ ਪੁੱਛਾਂਗੇ, ਅਸੀਂ ਸਾਡੇ ਹੁਕਮਰਾਨਾਂ ਤੋਂ ਸਵਾਲ ਪੁੱਛਾਂਗੇ, ਸਾਡੇ ਸਟੇਟ ਤੋਂ ਸਵਾਲ ਪੁੱਛਾਂਗੇ। ਤੇ ਇਸ ਮੀਡੀਆ ਨੂੰ, ਚਾਹੇ ਉਹ ਸਾਡਾ ਮੇਨ ਸਟ੍ਰੀਮ ਮੀਡੀਆ ਹੋਵੇ, ਚਾਹੇ ਉਹ ਸਾਡੀ ਉੱਚ ਨਿਆਲੇ ਜਿਹੜੀ ਸਾਡੀ ਤੁਸੀਂ ਇਹ ਕਹਿੰਦੇ ਹੋ ਵੀ ਸੁਪਰੀਮ ਕੋਰਟ ਆਫ ਇੰਡੀਆ ਹੋਵੇ, ਜੇ ਉਹ ਆਪਦੇ ਫਰਜ਼ ਨਹੀਂ ਪੂਰੇ ਕਰਨਗੇ ਤਾਂ ਅਸੀਂ ਐਜ਼ ਅ ਸਿਟੀਜ਼ਨ ਖੜੇ ਹੋਵਾਂਗੇ ਤੇ ਅਸੀਂ ਤੁਹਾਨੂੰ ਸਵਾਲ ਪੁੱਛਾਂਗੇ। ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੁਜ਼ਾਰਿਸ਼ ਕਰੂੰਗਾ, ਤੁਹਾਨੂੰ ਸਾਰਿਆਂ ਨੂੰ ਇਹੀ ਅਰਦਾਸ ਕਰੂੰਗਾ, ਆਪਦੀ ਆਵਾਜ਼ ਬੁਲੰਦ ਕਰੋ, ਆਪਦੇ ਸਵਾਲ ਪੁੱਛੋ, ਤੇ ਇਹਨਾਂ ਹੁਕਮਰਾਨਾਂ ਨੂੰ, ਸਾਡੇ ਜਿਹੜੇ ਅੱਜ ਦੇ ਨੇਤਾ ਜਾਂ ਜਿਹੜੇ ਅੱਜ ਦੇ ਸਾਡੇ ਵੱਡੀਆਂ ਕੁਰਸੀਆਂ 'ਚ ਬੈਠੇ ਹੋਏ ਆ, PM to CM to DM, ਇਹਨਾਂ ਬੰਦਿਆਂ ਨੂੰ ਸਵਾਲ ਪੁੱਛੋ। ਸਾਡੇ ਲਈ ਸਵਾਲ ਪੁੱਛਣੇ ਬਹੁਤ ਜ਼ਰੂਰੀ ਆ, ਨਹੀਂ ਤਾਂ ਇਹ ਸਾਨੂੰ ਐਂ ਹਿੰਦੂ ਮੁਸਲਿਮ ਸਿੱਖਾਂ 'ਚ ਈਸਾਈਆਂ 'ਚ ਐਂ ਲੜਾਉਂਦੇ ਰਹਿਣਗੇ। ਭਾਰਤ ਹਿੰਦੁਸਤਾਨ ਪਾਕਿਸਤਾਨ ਇਹੀ ਕਰਦੇ ਰਹਿਣਗੇ, ਅਸੀਂ ਇਹਨਾਂ 'ਚ ਸਾਨੂੰ ਉਲਝਾਉਂਦੇ ਰਹਿਣਗੇ। ਅਸਲ ਗੱਲ ਤੇ ਇਹਨਾਂ ਨੇ ਕਦੇ ਆਉਣਾ ਹੀ ਨਹੀਂ, ਨਾ ਇੰਪਲੋਇਮੈਂਟ ਤੇ ਆਉਣਾ, ਨਾ ਇਹਨਾਂ ਨੇ ਐਜੂਕੇਸ਼ਨ ਤੇ ਆਉਣਾ, ਨਾ ਆਪਸੀ ਸਾਂਝ ਭਾਈਚਾਰਾ ਤੇ ਪਿਆਰ 'ਚ ਆਉਣਾ। ਤੇ ਇਸ ਜਿਹੜੇ ਸਾਰੇ ਡਰਾਮੇ ਦੇ ਇਹ ਕਰਮਕਾਂਡ ਜਿਹੜੀ ਕਰਦੀ ਆ ਨਾ ਇਹ ਅੱਜ ਦੀ ਸਰਕਾਰ, ਉਹ ਕਰਮਕਾਂਡ ਦੇ ਚੱਕਰ 'ਚ
ਬਹੁਤ ਵੱਡੀ ਵੰਡ ਪੈਦਾ ਕਰ ਦੇਣਗੇ ਤੇ ਉਹ ਵੰਡ ਕਦੇ ਫਿਰ ਖਤਮ ਨਹੀਂ ਹੋਣੀ। ਸੋ ਉਹ ਇਸ ਕਰਕੇ ਜੇ ਆਪਸ 'ਚ ਆਪਸੀ ਸਾਂਝ ਭਾਈਚਾਰਾ ਤੇ ਪਿਆਰ ਬਣਾਏ ਰੱਖਣ ਦੀ ਸਾਡੀ ਜੇ ਸਾਡੇ ਅੰਦਰ ਇੱਕ ਜਜ਼ਬਾ, ਉਸ ਜਜ਼ਬੇ ਨੂੰ ਜੇ ਤੁਸੀਂ ਜਿਉਂਦਾ ਰੱਖੋਗੇ ਤਾਂ ਮੇਰੇ ਖਿਆਲ 'ਚ ਸਾਡੇ ਲਈ ਬਹੁਤ ਵਧੀਆ ਜਾਂ ਚੰਗੀ ਗੱਲ ਹੋਊਗੀ। ਸੋ that's all I wanted to share some views with all of you, because I feel there's a fundamental and systematic change in the society, and it's high time for us to probably start asking questions, start raising our voices, and build a community, community which has no fear, people who have courage, because in the end of the day we will win, ਅਸੀਂ ਜਿੱਤਾਂਗੇ ਜ਼ਰੂਰ। ਇਸ ਲਈ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਸਾਥ ਦੀ ਜ਼ਰੂਰਤ ਆ, ਕਿਉਂਕਿ ਡਰਨ ਦੀ ਕੋਈ ਗੱਲ ਨਹੀਂ, ਇਸ ਡਰ ਤੇ ਜਿੱਤ ਪਾਉਣਾ ਹੀ ਸਾਡੀ ਲੜਾਈ ਆ ਹੁਣ। ਇਸੇ ਕਰਕੇ ਤੁਸੀਂ ਸਾਰੇ ਪਲੀਜ਼ ਆਪਦੀ ਆਵਾਜ਼ ਬੁਲੰਦ ਕਰੋ। ਥੈਂਕ ਯੂ ਸੋ ਮੱਚ, ਥੈਂਕ ਯੂ ਸੋ ਮੱਚ। ਜਿਉਂਦੇ ਵਾਸਤੇ ਰਹੋ ਜੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਸਤਿ ਸ਼੍ਰੀ ਅਕਾਲ।